साध संगत आपने ਹੁਣ तक गुरबाणी के कीर्तन का और विचारों का लाभ उठाया है। उस समय जो और अपने पास है उसमें भी सफला करो, शब्द बोलिया करो ताकि रचना सफली और पवित्र हो। पहले दास बोलिया करेगा, फिर सब भाई बोलो, तीसरे पासे सब बीबियां गज गज के बोलन की खेचल करेगा। तेरे मन की भुख दे दे नाम सुन किया। देह नाम संतोखिया, उतरे मन की भुख, गुरु वणतण हरिया कीतिया। नानक क्या मनुख दे नाम संतोखिया।
बेनती। सुनो मेरे मीता, संत टहल की वेला, यहाँ खाट चलो हर लाहा, आगे बसन सुहेला। साध संगत अपने ख्यालों ਨੂੰ ਬਾਹਰੋਂ ਰੋਕ ਕੇ ਸ਼ਰਧਾ, ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਵਿੱਚ ਲੈ ਆਓ। ਮਾਨੁਖ ਤਨ ਜਨਮ ਤੋਂ ਲਾ ਕੇ ਮ੍ਰਿਤੂ ਦੇ ਸਮੇਂ ਤੱਕ ਜਿਤਨਾ ਵੀ ਸਮਾਂ ਮਿਲਿਆ ਹੋਇਆ ਹੈ, बचपन है, जवानी है, बुढ़ापा है, बाल जवानी और बिरध पुनतीनी अवस्था जान, कहो नानक हर भजन बिन बिरथा सब ही मान। बचपन है, जवानी है, बुढ़ापा, तीन अवस्थावां शरीर दियां मन्नियां हन। भजन कीतियां तिन्ने सफलियां हो जांदियां हन। भजन तो बिना तिन्ने बेफायदा हैं। किते किते गुरु जी ने इन्हों होर विस्तार नाल खोल के दसिया है। पहले प्यार लगा थण दुध, दूजे माए बाप की शुद्ध, तीजे भैया भाभी बेब, चौथे प्यार अपनी खेड़, पंजवें खाण पीण की तात, छेवें काम न पुछे जात, सतवें संज किया खरवास, अठवें क्रोध हुआ तन्नाश, नौवें दौड़े उबे सा, दसवें दद्दा हुआ सुआ। गए संगीत पुकारी था, उड़िया हंस दसाएरा, आया गया मोया नौ, पिछों पुत्र सद्यो कौं। नानक मनमुख अंध प्यार, बाज गुरु डुब्बा संसार। ਇੱਥੇ ਇਹਨਾਂ ਨੂੰ 10 ਹਿੱਸਿਆਂ ਵਿੱਚ ਕਰਕੇ ਦੱਸਿਆ ਹੈ। ਗੁਰੂ ਸ਼ਰਨ ਵਿੱਚ ਆ ਕੇ ਇਹ 10 ਅਵਸਥਾਵਾਂ ਸਫਲੀਆਂ ਹੋ ਜਾਂਦੀਆਂ ਹਨ। ਗੁਰੂ ਸ਼ਰਨ ਭਗਤੀ ਤੋਂ ਬਿਨਾਂ 10 ਅਵਸਥਾਵਾਂ ਵਿਅਰਥ ਜਾਂਦੀਆਂ ਹਨ। ਤਦੇ ਹੀ ਹਜ਼ੂਰ ਨੇ ਐਸੇ ਫਰਮਾਨ ਕੀਤਾ ਹੈ। गुर बिन डुबदी जांदी दुनिया, बिन डुबदी
ਸੇ ਅਵਸਥਾਵਾਂ ਗੁਰੂ ਸ਼ਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਵਿਅਰਥ ਜਾਂਦੀਆਂ ਹਨ। ਇਹ ਜੀਵ ਨਿਗੁਰਾ ਰਹਿ ਕੇ ਭਜਨ ਤੋਂ ਬਿਨਾਂ 84 ਲੱਖ ਜੀਆ ਜੂਨ ਦੀਆਂ ਤਕਲੀਫਾਂ ਫਿਰ ਉਠਾਉਂਦਾ, ਜਿੱਥੋਂ ਨਿਕਲ ਕੇ ਮਾਨੁਖ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਔਰ ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਖੁੱਲ੍ਹਾ ਗੇਟ ਇਹ ਪ੍ਰਾਪਤ ਹੋਇਆ, ਇਸ ਨੂੰ ਐਵੇਂ ਹੀ ਗਵਾ ਲੈਂਦਾ ਹੈ। ਆਓ ਇਉਂ ਗੁਰੂ ਜੀ, ਗੁਰੂ ਅਰਜਨ ਦੇਵ ਮਹਾਰਾਜ ਪ੍ਰੇਰਨਾ ਕਰਦੇ ਹਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਇਸ ਮਾਨੁਖ ਤਨ ਵਿੱਚ ਵਾਹਿਗੁਰੂ ਦੇ ਭਜਨ ਦਾ ਲਾਹ ਕੱਟ ਕੇ ਜਾਓ, ਅੱਗੇ ਸੌਖਾ ਵਸਣਾ ਹੁੰਦਾ ਹੈ। ਇਹੋ ਜਿਹੇ ਥਾਂ ਵਿੱਚ ਵਾਸਾ ਹੁੰਦਾ ਹੈ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਇਸ ਕਰਕੇ ਪ੍ਰੇਰਨਾ ਕਰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਅਯੁੱਧਿਆ ਪੁਰੀ ਦੇ ਬਾਹਰ ਬੈਠੇ ਅਯੁੱਧਿਆ ਵਾਸੀ ਲੋਕਾਂ ਦੇ ਨਾਲ ਬਚਨ ਵਿਲਾਸ ਕਰ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਤ ਵੀ ਸਨ। ਉਹਨਾਂ ਕਿਹਾ, ਮਹਾਰਾਜ ਅਯੁੱਧਿਆਪੁਰੀ ਇੱਕ ਦਫਾ ਸਵਰਗ ਦੇ ਵੇਲੇ ਰਾਜੇ ਹਰੀ ਚੰਦ ਵੇਲੇ ਸਵਰਗਾਂ ਨੂੰ ਜਾ ਚੁੱਕੀ ਹੈ। ਦੂਸਰੀ ਦਫਾ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਵਿਸ਼ਨੂੰ ਦਾ 14 ਕਾ ਅਵਤਾਰ, ਨਿਮਿਤ ਅਵਤਾਰ, ਰਾਵਣ ਕੁੰਭਕਰਨ ਦੇ ਮਾਰਨ ਵਾਸਤੇ ਜਿਨ੍ਹਾਂ ਦਾ ਅਵਤਾਰ ਸੀ, ਉਹਨਾਂ ਵੇਲੇ ਬੈਕੁੰਠਾਂ ਨੂੰ ਜਾ ਚੁੱਕੀ ਹੈ। ਗੁਰੂ ਜੀ ਇਹ ਵਚਨ ਸੁਣ ਕੇ ਕਹਿਣ ਲੱਗੇ, ਅਗਰ ਅਯੁੱਧਿਆਪੁਰੀ ਸਵਰਗਾਂ ਜਾਂ ਬੈਕੁੰਠਾਂ ਨੂੰ ਗਈ ਹੁੰਦੀ, ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹ ਕਹਿਣਗੇ ਤਾਂ ਠੀਕ ਹੈ ਮਹਾਰਾਜ, ਪਰ ਉਸ ਵਕਤ ਦੇ ਜਿਹੜੇ ਜੀਵ ਸਨ, ਸਰੀਰ ਨੂੰ ਤਿਆਗ ਕੇ ਇੱਕ ਦਿਨ ਸਭ ਨੇ ਹੀ ਇੱਥੋਂ ਜਾਣਾ ਹੈ। ਭਾਵੇਂ ਦੁਨੀਆ ਦੇ ਵਿੱਚ ਕਿਸੇ ਦਾ ਦਿਲ ਜਾਣ ਨੂੰ ਕਰੇ ਜਾਂ ਨਾ ਕਰੇ, ਪਰ ਜਾਣਾ ਸਭ ਨੂੰ ਹੀ ਪੈਂਦਾ ਹੈ। ਜਦੋਂ ਚਾਰ ਨਿਮਿਤ ਇਕੱਠੇ ਹੋ ਗਏ, ਅੰਨ ਜਲ ਮੁੱਕ ਗਿਆ, ਪ੍ਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣ ਗਈ, ਉਸ ਮੌਕੇ ਬੇਵਸਾ ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਤਾਂ ਤੇ ਜਿਨ੍ਹਾਂ ਲੋਕਾਂ ਨੇ ਅੱਗੇ ਜਾਣ ਦੀ ਤਿਆਰੀ ਕਰ ਲਈ ਹੈ, ਉਹ ਬੇਫਿਕਰ ਹੋ ਜਾਂਦੇ ਹਨ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਕਿਸੇ ਇਹੋ ਜਿਹੇ ਸੁੱਖ ਵਿੱਚ ਨਿਵਾਸ ਕਰਨਾ ਹੈ ਜਿਸ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਸੋ ਇਉਂ ਇਸ ਤਰੀਕੇ ਸਿਰ ਮਹਾਰਾਜ ਸਰੀਰਾਂ ਨੂੰ ਛੱਡ ਕੇ ਉਸ ਵਕਤ ਦੇ ਜੀਵ ਜਿਹੜੇ ਸਨ, ਇਉਂ ਸਾਰੇ ਸਵਰਗਾਂ ਬੈਕੁੰਠਾਂ ਨੂੰ ਗਏ। ਗੁਰੂ ਜੀ ਕਹਿਣ ਲੱਗੇ, ਹੁਣ ਸਾਰੀ ਦੁਨੀਆ ਹੀ ਜਾ ਸਕਦੀ ਹੈ, ਉਹ ਤਾਂ ਇਕੱਲੀ ਇਹ ਅਯੁੱਧਿਆਪੁਰੀ ਹੀ ਗਈ। ਉਹ ਪੰਡਤ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਇਹ ਕੈਸੇ? ਕਹਿਣ ਲੱਗੇ, ਅੱਗੇ ਧਰਮ ਕਰਕੇ ਹੀ ਗਏ ਸਨ, ਪੁੰਨਾਂ ਦਾ ਫਲ ਹੀ ਸਵਰਗਾਂ ਨੂੰ ਹਰੀ ਚੰਦ ਸਾਰੀ ਅਯੁੱਧਿਆਪੁਰੀ ਨੂੰ ਸਵਰਗਾਂ ਨੂੰ ਲੈ ਗਿਆ ਸੀ। ਹੋਰ ਤਾਂ ਕੋਈ ਸਬਬ ਨਹੀਂ ਸੀ, ਪਰ ਪਰਮੇਸ਼ਰ ਦਾ ਭਜਨ ਕਰਕੇ ਸਾਰੀ ਦੁਨੀਆ ਹੀ ਸਵਰਗਾਂ ਨੂੰ ਚਾਹੇ ਸਵਰਗਾਂ ਨੂੰ ਜਾ ਸਕਦੀ ਹੈ, ਅਗਰ ਬੈਕੁੰਠਾਂ ਨੂੰ ਚਾਹੇ ਬੈਕੁੰਠਾਂ ਨੂੰ ਜਾ ਸਕਦੀ ਹੈ। ਸਵਰਗ ਇੰਦਰ ਲੋਕ ਦਾ ਨਾਮ ਹੈ, ਜਿਸ ਨੂੰ ਜੰਨਤ ਜਾਂ ਬਿਸ਼ਤ ਕਹਿੰਦੇ ਹਨ। ਉੱਥੇ ਜਿਸਮਾਨੀ ਸੁੱਖ ਹਨ, ਪਰ ਮਨ ਦੀ ਸ਼ਾਂਤ ਨਹੀਂ ਹੈ, ਪੀਸ ਆਫ ਮਾਈਂਡ ਨਹੀਂ ਹੈ, ਫਿਰ ਉੱਥੋਂ ਗਿਰਨਾ ਵੀ ਹੁੰਦਾ ਹੈ। ਔਰ ਬੈਕੁੰਠ ਉਹ ਥਾਂ ਹੈ ਜਿੱਥੇ ਸਾਕਾਰ ਪ੍ਰਭੂ ਬ੍ਰਹਮ ਦਾ ਵਾਸਾ ਹੈ, ਉੱਥੋਂ ਗਿਰਨਾ ਨਹੀਂ ਹੁੰਦਾ। ਉੱਥੋਂ ਦੇ ਵਾਸੀ ਜਿਹੜੇ ਹਨ, ਭਜਨ ਆਨੰਦ ਵਿੱਚ ਲੀਨ ਹੁੰਦੇ ਨੇ, ਉਹਨਾਂ ਦੇ ਮਨ ਸ਼ਾਂਤ ਠੰਡੇ ਸੁਖੀ ਹੁੰਦੇ ਹਨ। ਔਰ ਗਿਰਨ ਦਾ ਉੱਥੋਂ ਫਿਕਰ ਜਾਂ ਚਿੰਤਾ ਨਹੀਂ ਹੁੰਦੀ, ਕਿਉਂਕਿ ਉੱਥੋਂ ਗਿਰਨਾ ਨਹੀਂ ਹੁੰਦਾ। ਇਸ ਵਾਸਤੇ ਇਹਨਾਂ ਦੋਨਾਂ 'ਚ ਇਤਨਾ ਫਰਕ ਹੈ। ਸੋ ਉਹ ਕਹਿਣਗੇ, ਉਹ ਕਿਵੇਂ? ਗੁਰੂ ਜੀ ਕਹਿਣਗੇ, ਭਜਨ ਕਰਕੇ, ਵਾਹਿਗੁਰੂ ਦੇ ਨਾਮ ਦੇ ਆਸਰੇ ਜੋ ਕੁਛ ਵੀ ਚਾਹੇ ਉਹੀ ਕੁਛ ਮਿਲ ਸਕਦਾ। ਇਸ ਕਰਕੇ ਹੀ
ਪਰਮੇਸ਼ਰ ਦੇ ਨਾਮ ਨੂੰ ਗੁਰੂ ਜੀ ਨੇ ਅਮੋਲਕ ਵਸਤੂ ਦੱਸਿਆ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਅਮੋਲਕ ਜੀ ਮੇਰੇ ਸਾਹਿਬ ਦਾ, ਅਮੋਲਕ ਜੀ ਮੇਰੇ ਸਾਹਿਬ ਦਾ। ਸਾਈਂ ਨਾਮ ਅਮੋਲ ਕੀਮਨ ਕੋਈ ਜਾਣ ਦੋ, ਜਿੰਨਾ ਭਾਗ ਮਥਾ ਨਾਨਕ ਸੇਈ ਹਰ ਰੰਗ ਮਾਣ ਦੋ। ਪਰਮੇਸ਼ਰ ਦਾ ਨਾਮ ਅਮੋਲਕ ਵਸਤੂ ਹੈ। ਇਸ ਦੀ ਕੀਮਤ, ਇਸ ਦੀ ਮਹਿਮਾ ਨੂੰ ਹਰ ਇੱਕ ਨਹੀਂ ਜਾਣਦਾ। ਵਾਹਿਗੁਰੂ ਦੇ ਪਿਆਰੇ ਹੀ ਇਸ ਦੀ ਮਹਿਮਾ ਨੂੰ ਜਾਣਦੇ ਹਨ। ਨਾਮ ਕੀ ਮਹਿਮਾ ਸੰਤ ਰਿਦਵਸ ਹੈ। ਤਦੇ ਹੀ ਗੁਰੂ ਬਾਬਾ ਜੀ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆਂ ਜਿਵੇਂ ਹੀਰੇ ਲਾਲ ਜਵਾਤ ਆਦਿ ਸ਼ਨਾਖਤ ਪਛਾਣ ਮਹਿਮਾ ਨੂੰ ਜਵਾਰੀ ਜਾਣਦੇ ਹਨ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ। ਆਮ ਨਹੀਂ ਜਾਣ ਸਕਦੇ। ਇਉਂ ਦੱਸਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ,
नाम की महिमा संत रिद वसै, संत प्रताप दुर्त सब नसै। परमेश्वर वाहिगुरू के नाम की महिमा नूं वाहिगुरू के प्यारे ने अच्छी तरह समझिया। तनू ने, प्रहलाद ने, कबीर ने, रविदास ने, नामदेव ने, अन्ने ने, होर बेअंत भगतां संतां ने। इस करके परमेश्वर का नाम जप के जो कुछ भी चाहता है सब कुछ ही प्राप्त कर लैंदा है। तुरु ने अटल पदवियां हासिल कीतियां, भगतां ने बेअंत आप ही नहीं बल्कि बेअंत होर लोगों नूं उच्च जीवन दिते। इस करके परमेश्वर के भजन विच एक स्वर्ग की बेअंत स्वर्ग निवास करते हैं। तो परमेश्वर का नाम जप के केड़ी वस्तु है जो प्राप्त नहीं हो सकती। साहिब गुरु रामदास चौथे पातशाह वाहिगुरू के भजन नूं सारी इच्छा पूरियां करता दसदे हैं। सबे इच्छा होण तेरियां,
ਰਾਮਦਾਸ ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਉਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਚਾਂਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈ ਉਪਾਦਗਤ ਕੀਨੀ। ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਉ ਜਲ ਤਰਨਾ। ਇਉਂ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਜਿਸ ਸ਼ਖਸ ਦੇ ਪਾਸ ਰਸਾਇਣ ਹੋਵੇ ਉਸ ਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ। ਜਿਸ ਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ ਉਸ ਦੇ ਪਾਸ ਮੁੱਠੀ ਵਿੱਚ ਤਾਂ ਦੋਨੋਂ ਜਹਾਨ ਆ ਜਾਂਦੇ ਹਨ। ਉਹ ਰਸਾਇਣ ਤਾਂ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਲੇਕਿਨ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਤਾਂ ਇਹੋ ਜਿਹੀ ਚੀਜ਼ ਹੈ ਜੀਵ ਤੋਂ ਰੱਬ ਬਣਾ ਦਿੰਦਾ ਹੈ, ਜਿਸ ਤੋਂ ਪਰੇ ਕੋਈ ਵੀ ਚੀਜ਼ ਨਹੀਂ। शिव हर के चरण रसायन जी, जो जो मांगै सो सोई। हर के चरण रसायन जी, जो जो मांगै सो सोई पावे। हर के चरण रसायन जी, जो जो मांगै सो पावे। हर के चरण रसायन जी, जो जो मांगै सो पावे। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸਮਨ ਉਪਜੋ ਸਗਲੇ ਦੁਖ ਪਲਾਇਣ। ਜੋ ਜੋ ਮੰਗਹਿ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੋਹੂੰ ਤੇ ਛੂਟੈ, ਭਉਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਬਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਬਨਾਸ਼ੀ ਪਦਵੀ, ਜਿਹੜੀ ਪਦਵੀ ਕਦੇ ਨਾਸ਼ ਨਾ ਹੋਵੇ, ਜਿਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ, ਜਿਸ ਤੋਂ ਉੱਚੀ ਪਦਵੀ ਕੋਈ ਵੀ ਨਾ ਹੋਵੇ, ਜਿਸ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਇਹੋ ਜਿਹੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ ਤੂੰ ਪਰਮੇਸ਼ਰ ਦਾ ਭਜਨ ਕਰ, ਇਹ ਵੀ ਤੈਨੂੰ ਮਿਲ ਜਾਏਗੀ। ਇਉਂ
ਸਭ ਕੁਛ ਵਾਹਿਗੁਰੂ ਦੇ ਭਜਨ ਵਿੱਚ ਹੈ। ਗੁਰੂ ਜੀ ਇਸ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਬਚਨ ਜਦੋਂ ਗੁਰੂ ਜੀ ਨੇ ਉਹਨਾਂ ਪੰਡਤਾਂ ਨੂੰ ਕਿਹਾ, ਉਹ ਵਿਦਵਾਨ ਸਨ, ਸਵਾਲ 'ਤੇ ਸਵਾਲ ਕਰੀ ਜਾਂਦੇ ਸਨ। ਕਹਿਣ ਲੱਗੇ, ਮਹਾਰਾਜ ਮੰਨ ਲਿਆ ਬਈ ਪਰਮੇਸ਼ਰ ਦਾ ਭਜਨ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ, ਸਵਰਗ ਬੈਕੁੰਠ ਆਦਿ ਸਭ ਕੁਛ ਦਿੰਦਾ ਹੈ, ਪਰ ਇਉਂ ਕਿਰਪਾ ਕਰਕੇ ਦੱਸੋ ਭਜਨ ਪਰਮੇਸ਼ਰ ਦੇ ਅਨੰਤ ਹਨ, ਬੇਅੰਤ ਹਨ, ਕਿਹੜਾ ਭਜਨ ਕਰਨਾ ਚਾਹੀਦਾ ਹੈ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ਰ ਦੇ ਬੇਅੰਤ ਨਾਮ ਹਨ। ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਨੇ। ਜੋ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ, ਕਰੋੜਾਂ ਬ੍ਰਹਮੰਡਾਂ ਦਾ ਉਤਪਤ ਕਰਤਾ, ਫਿਰ ਸਭ ਦੀ ਪਾਲਣਾ ਕਰਦਾ, ਫਿਰ ਸਭ ਦਾ ਸੰਘਾਰ ਕਰਨ ਵਾਲਾ, ਉਸ ਦੇ ਬੇਅੰਤ ਨਾਮ ਹਨ। ਜਿਵੇਂ ਪਾਣੀ ਹੈ ਮਿਸਾਲ ਦੇ ਤੌਰ 'ਤੇ, ਉਸ ਨੂੰ ਅਸੀਂ ਆਪਣੀ ਬੋਲੀ ਵਿੱਚ ਪਾਣੀ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਉਸ ਨੂੰ ਵਾਟਰ ਕਿਹਾ ਜਾਂਦਾ ਹੈ, ਫਾਰਸੀ 'ਚ ਆਬ ਕਹਿੰਦੇ ਹਨ, ਅਰਬੀ ਵਿੱਚ ਉੱਭ ਕਹਿੰਦੇ ਹਨ, ਹਿੰਦੀ ਵਿੱਚ ਜਲ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ, ਕਥਨ ਵਿੱਚ ਫਰਕ ਹੈ। ਇਸੀ ਤਰ੍ਹਾਂ ਉਹ ਹਸਤੀ ਕਰੋੜਾਂ ਬ੍ਰਹਮੰਡਾਂ ਨੂੰ ਉਤਪਤ ਪਾਲਣਾ ਅਤੇ ਸੰਘਾਰ ਕਰਨ ਵਾਲੀ, ਉਸ ਦੇ ਅਨੰਤ ਨਾਮ ਹਨ, ਇੱਕ ਨਹੀਂ ਹੈ। ਪਰ ਗੁਰੂ ਜੀ ਕਹਿੰਦੇ ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ ਹਾਂ। ਜਿੰਨੇ ਪਰਮੇਸ਼ਰ ਦੇ ਨਾਮ ਹਨ ਮੈਂ ਸਭ ਦੇ ਹੀ ਬਲਿਹਾਰੇ ਜਾਨਾ, ਇਉਂ ਹਜ਼ੂਰ ਫਰਮਾਉਂਦੇ ਹਨ। ਜਿੱਥੇ ਤੇਰੇ ਨਾਮ ਹੈ ਹੋਂ ਬਲਿਹਾਰੇ ਜਾਉ, ਬਲਿਹਾਰੇ ਜਾਉ ਜੇ ਤੇ ਤੇਰੇ ਨਾਮ ਹੈ। ਗੁਰੂ ਜੀ ਕਹਿਣ ਲੱਗੇ ਉਹਨਾਂ ਪੰਡਤਾਂ ਨੂੰ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ, ਵਿਰੁੱਧ ਨਹੀਂ ਹਾਂ। ਜਿਤਨੇ ਪਰਮੇਸ਼ਰ ਦੇ ਨਾਮ ਹੈ ਮੈਂ ਸਭ ਦੇ ਹੀ ਬਲਿਹਾਰੇ ਜਾਂਦਾ ਹਾਂ। ਇਸ ਵਾਸਤੇ ਸਾਧ-ਸੰਗ ਗੁਰੂ ਨਾਨਕ ਜੈਸਾ ਸੁਲਾ ਕੁਲ ਪੈਗੰਬਰ ਦੁਨੀਆ 'ਤੇ ਹੋਰ ਕੋਈ ਵੀ ਨਹੀਂ ਹੋਇਆ।
हर एक ने अपनी अपनी उम्मत ਨੂੰ ही उपदेश किया, पर गुरु बाबा जी का उपदेश तो ਚਾਹੋਂ ਵਰਨਾਂ ਨੂੰ ਚਾਹੋਂ ਆਸ਼ਰਮਾਂ ਨੂੰ ਸਾਂਝਾ ਹੀ ਹੈ। ਇਉਂ ਫਰਮਾਉਂਦੇ ਹਨ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ब्राह्मण शूद वैश्य उपदेश चों वर्णा को साझा, गुरमुख नाम जपे उधरे सो कल मैं खट खट नानक मांझा। हाँ, गुरु बाबा जी का उपदेश प्राणी मात्र वास्ते सब दे वास्ते साझा है, कोई खिच्चा खिच्ची वाली गल नहीं। इस वास्ते उन्होंने पंडितां नूं गुरु बाबा जी कहते हैं, मैं किसी नाम दे विरुद्ध नहीं हाँ, बरखिलाफ नहीं हाँ। जितने भी परमेश्वर के नाम हैं मैं सब दे ही बलिहारे जाना हाँ, पर दरिया तो उरले किनारे परले किनारे जाण वास्ते अनेकां बेड़ियां खड़ियां हुंदियां। जिस बेड़ी ते कोई सवार हो जाता है, वो बेड़ी उसनूं परले किनारे ले जाती है, पार लगा देती है। इसी तरह वाहिगुरू दे अनंत नाम हैं, संसार समुद्र नूं तारन वास्ते सारे ही समर्थ हैं, पर जिस नाम रूपी जहाज़ ते ये सवार हो गया, उसने ही इसनूं उरला किनारा संसार है ते परला किनारा वाहिगुरू का देश है, उत्थे पहुँचा देना है जिथे दुख नहीं। इस करके सारे विच ही शक्ति है। जिस बेड़ी विच कोई सवार हो गया, उसने ही उसनूं पार कर देना है। ये सुन के वो लोग कहन लगे, महाराज बेड़ी अपने आप नहीं चलिया करती, बेड़ी नूं कोई चलाउण वाला मलाह हुंदा है। मलाह बेड़ी नूं चला के मुसाफरां नूं विच बिठा के बेड़ी दे उरले किनारे तो परले किनारे ले जांदा है, तां जाके मुसाफिर परले किनारे पहुँचते हैं। इसी तरह नाम रूपी बेड़ी आ फरमाउंदे हो, बेअंत परमेश्वर दे नाम बेड़ियां दे तुल हन, जहाज़ां दे तुल हन। सब ही ये जीव नूं परमेश्वर दे देश पहुँचाउण नूं समर्थ हन। सो आप किसी नाम दे बरखिलाफ विरुद्ध भी नहीं हो, पर इन्नी गल जरूर है, बेड़ी आप नहीं चलिया करती, उन्होंने कोई चलाउण वाला मलाह होना चाहिए। इस करके नाम रूपी बेड़ी नूं चलाउण वाला मलाह कहा जा चाहिए है, जिहड़ा मुसाफरां नूं उरले किनारे परले किनारे ले जा सके। गुरु जी कहने ठीक है, तुहाडी गल बिल्कुल दुरुस्त है। बेड़ी आप नहीं चलती हुंदी, हाँ नाम बेड़ी संत मला, बेड़ी नूं मला ही चलाया करता है। पर गल इन्नी जरूर है, मला वो होना चाहिए है
ਜੀ ਦੀਆਂ ਅੱਖਾਂ ਵੀ ਦਰੁਸਤ ਹੋਣ, ਯਾਨੀ ਨਿਗਾਹ ਵੀ ਦਰੁਸਤ ਹੋਵੇ, ਔਰ ਹੱਥ ਪੈਰ ਵੀ ਜਿਹਦੇ ਸਾਬਤ ਹੋਣ। ਕਿਉਂ? ਅੱਖਾਂ ਨਾਲ ਤਾਂ ਦੇਖਣਾ ਪਰਲਾ ਕਿਨਾਰਾ ਕਿੱਥੇ ਹੈਗਾ, ਅਤੇ ਹੱਥਾਂ ਪੈਰਾਂ ਨਾਲ ਚੱਪੂ ਮਾਰਨਾ ਹੈ। ਅਗਰ ਨਿਗਾਹ ਹੈ, ਅੱਖਾਂ ਹਨ, ਹੱਥ ਪੈਰ ਇਹਨਾਂ 'ਚ ਨੁਕਸ ਹੈ, ਚੱਪੂ ਕਿਵੇਂ ਮਾਰੇਗਾ? ਪਰਲਾ ਕਿਨਾਰਾ ਤਾਂ ਜ਼ਰੂਰ ਦੇਖਦਾ, ਉਹ ਹੈ, ਪਰ ਚੱਪੂ ਮਾਰੇ ਬਿਨਾਂ ਬੇੜੀ ਚੱਲੇਗੀ ਨਹੀਂ, ਮੁਸਾਫਰਾਂ ਨੂੰ ਕਿਵੇਂ ਪਾਰ ਲਿਜਾਏਗਾ? ਹਾਂ, ਜੇਕਰ ਹੱਥ ਪੈਰ ਹਨ, ਨਿਗਾਹ ਨਹੀਂ ਹੈ, ਅਤੇ ਹੱਥ ਪੈਰ ਤਾਂ ਮਾਰ ਕੇ ਚੱਪੂ ਤਾਂ ਮਾਰੀ ਜਾਊ, ਪਰ ਬੇੜੀ ਖਬਰ ਹੈ ਕਿੱਧਰ ਨੂੰ ਚੱਲ ਪਵੇ, ਉਹਨੂੰ ਦੀਂਦਾ ਨਹੀਂ ਕਿੱਥੇ ਲੈ ਜਾਣਾ ਮੁਸਾਫਰਾਂ ਨੂੰ। ਇਸੀ ਤਰ੍ਹਾਂ ਮਲਾ ਉਹ ਹੋਣਾ ਚਾਹੀਦਾ ਹੈ ਜਿਸ ਦੀ ਨਿਗਾਹ ਵੀ ਬਿਲਕੁਲ ਠੀਕ ਹੋਵੇ, ਔਰ ਹੱਥ ਪੈਰ ਵੀ ਜਿਸ ਦੇ ਬਿਲਕੁਲ ਦਰੁਸਤ ਹੋਣ ਚੱਪੂ ਮਾਰਨ ਵਾਸਤੇ। ਇਹ ਵੀ ਪਤਾ ਹੋਵੇ ਕਿੱਥੇ ਪਹੁੰਚਾਉਣਾ ਹੈ ਮੁਸਾਫਰ ਨੂੰ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਵੀ ਉਹ ਮਹਾਂਪੁਰਖ ਮਲਾ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਸਾਧਨ ਸੰਪੰਨ ਹੋ ਕੇ, ਜਿਨ੍ਹਾਂ ਦੇ ਗਿਆਨ ਨੇਤਰ ਖੁੱਲ੍ਹੇ ਹਨ। ਉਹਨਾਂ ਨੂੰ ਪਤਾ ਹੈ ਉਹ ਅਸਥਾਨ ਕਿਹੜਾ ਹੈ, ਕਿੱਥੇ ਹੈ, ਜਿੱਥੇ ਜਿਗਿਆਸੂ ਰੂਪੀ ਮੁਸਾਫਰ ਨੂੰ ਪਹੁੰਚਾਉਣਾ ਹੈ। ਔਰ ਹੱਥ ਪੈਰ ਸਾਬਤ ਹੋਣੇ ਕੀ ਹੈ? ਜਿਗਿਆਸੂ ਅਧਿਕਾਰੀ ਜਨਾਂ ਦੇ ਸੰਸ਼ੇ ਆਦਿ ਨਿਵਰਤ ਕਰਨ ਨੂੰ ਸਮਰੱਥ ਹੋਣਾ। ਕਿਉਂਕਿ ਜਿਹੜਾ ਜਿਸ ਰਸਤੇ ਗਿਆ ਹੋਵੇ ਉਸ ਦੀ ਪੂਰੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ। ਦੋ ਕਿਸਮ ਦੇ ਵਿਦਵਾਨ ਮੰਨੇ ਹਨ, ਇੱਕ ਚਕਸ਼ੂ, ਇੱਕ ਅੰਧ, ਇੱਕ ਅੱਖਾਂ ਵਾਲਾ, ਇੱਕ ਬਿਨਾਂ ਅੱਖਾਂ ਤੋਂ। ਹਾਂ, ਜਿਹੜਾ ਸਿਰਫ ਪੜ੍ਹਿਆ ਹੈ, ਵਿਦਿਆ ਦੁਆਰਾ ਸਮਝਦਾ ਹੈ, ਪਰ ਕਮਾਈ ਨਹੀਂ ਕੀਤੀ, ਨਾਮ ਅਭਿਆਸ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਪਹੁੰਚਣਾ ਹੈ, ਉਹ ਅੰਧ ਯਾਨੀ ਨੇਤਰਹੀਨ ਹੈ। ਸਚਕਸ਼ੂ ਨਹੀਂ ਯਾਨੀ ਅੱਖਾਂ ਤੋਂ ਬਿਨਾਂ ਹੈ, ਉਹ ਮੁਸਾਫਰਾਂ ਨੂੰ ਪਾਰ ਨਹੀਂ ਲਿਜਾ ਸਕੇਗਾ, ਕਿਉਂਕਿ ਉਹਨੂੰ ਦੀਂਦਾ ਨਹੀਂ। ਇਸੀ ਤਰ੍ਹਾਂ ਯਾਨੀ ਮਲਾ ਉਹ ਹੋਣਾ ਚਾਹੀਦਾ ਹੈ, ਮਹਾਂਪੁਰਖ ਮਲਾ ਹੋਣਾ ਚਾਹੀਦਾ ਹੈ, ਜਿਹਨੇ ਕਮਾਈ ਕਰਕੇ ਸਾਧਨ ਸੰਪੰਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਹੜਾ ਸਭ ਦਾ ਮੰਜ਼ਿਲ ਮਕਸੂਦ ਹੈ। ਜਿਗਿਆਸੂ ਜਨਾਂ ਨੂੰ, ਅਧਿਕਾਰੀ ਜਨਾਂ ਨੂੰ ਉਹੀ ਉੱਥੇ ਪਹੁੰਚਾਉਣ ਨੂੰ ਸਮਰੱਥ ਹੈ, ਉਹੀ ਉਸ ਬੇੜੀ ਨੂੰ ਚਲਾ ਸਕਦਾ ਹੈ। ਯਾਨੀ ਮਹਾਂਪੁਰਖ ਸਾਧਨ ਸੰਪੰਨ ਬ੍ਰਹਮਨਿਸ਼ਠੀ ਸਤੋਤਰੀ ਹੋਣਾ ਚਾਹੀਦਾ ਹੈ, ਤਦ ਹੀ ਜਾ ਕੇ ਮੁਸਾਫਰਾਂ ਨੂੰ ਖੁੱਲ੍ਹੇ ਕਿਨਾਰੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰਕੇ ਪਰਲਾ ਕਿਨਾਰਾ ਜੋ ਵਾਹਿਗੁਰੂ ਦਾ ਦੇਸ਼ ਹੈ, ਨਿਰਾਕਾਰ ਦੇਸ਼ ਹੈ, ਉੱਥੇ ਪਹੁੰਚਾਉਣ ਨੂੰ ਸਮਰੱਥ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਖ ਇਹ ਜਿਹੇ ਮਹਾਂਪੁਰਖ ਦੀ ਰਾਹੀਂ ਨਾਮ ਅਭਿਆਸ ਦੀ ਕਮਾਈ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈਦਾ ਹੈ, ਇਉਂ ਲਾਹ ਖਟੀਂਦਾ ਹੈ। यहाँ खाट चलो हर लाहा, आगे
ਇੱਕ ਇਹੋ ਜਿਹੇ ਸ਼ਹਿਰ ਪਹੁੰਚੇ ਜਿੱਥੇ ਬਹੁਤ ਸਾਰੇ ਬ੍ਰਹਮ ਗਿਆਨੀ ਕਹਾਉਣ ਵਾਲੇ, ਯਾਨੀ ਸਿਰਫ ਪੜ੍ਹ ਕੇ ਹੀ ਆਪਣੇ ਆਪ ਨੂੰ ਗਿਆਨਵਾਨ ਸਦਾਉਣ ਵਾਲੇ, ਜਿਨ੍ਹਾਂ ਨੂੰ ਯਾਨੀ ਅਨਦਰੈਬਲ ਜਾਂ ਅਨਮਲਾ ਕਿਹਾ ਗਿਆ। ਉੱਥੇ ਗੁਰੂ ਜੀ ਪਹੁੰਚੇ। ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਆ ਲੈ ਬੁੱਚਾ। ਸ਼ਹਿਰ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਜਾ ਕੇ ਵੈਦ ਹਕੀਮ, ਵੈਦ ਹਕੀਮ। ਮਰਦਾਨੇ ਨੇ ਇੱਕ ਬੁੱਚਾ ਲੈ ਲਿਆ। ਸ਼ਹਿਰ ਦੇ ਵਿੱਚ ਉੱਚੀ ਉੱਚੀ ਇਉਂ ਆਵਾਜ਼ਾਂ ਦਿੰਦਾ ਫਿਰਦਾ ਹੈ, ਆ ਗਿਆ ਬਾਬਾ ਵੈਦ ਰੋਗੀ। ਮਰਦਾਨਾ ਸ਼ਹਿਰ ਵਿੱਚ ਇਉਂ ਉੱਚੀ ਉੱਚੀ ਆਵਾਜ਼ਾਂ ਦਿੰਦਾ ਫਿਰਦਾ। ਇੱਕ ਆਦਮੀ ਮਰਦਾਨੇ ਨੂੰ ਰੋਕ ਕੇ ਕਹਿਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਕਹਿਣ ਲੱਗੇ, ਨਹੀਂ ਮੈਂ ਤਾਂ ਵੈਦ ਨਹੀਂ। ਫਿਰ ਵੈਦ ਹੋਰ ਕੌਣ? ਕਹਿਣ ਲੱਗਾ, ਵੈਦ ਬਾਹਰ ਬੈਠਾ। ਉਹ ਆਦਮੀ ਕਹਿੰਦਾ, ਇੱਥੋਂ ਦਾ ਰਾਜਾ ਬੜਾ ਧਰਮਾਤਮਾ, ਪ੍ਰਜਾ ਪਾਲਕ। ਜਿਹੇ ਜਿਹੇ ਰਾਜਿਆਂ ਵਿੱਚ ਪ੍ਰਜਾ ਦੀ ਪਾਲਣਾ ਵਾਸਤੇ ਗੁਣ ਹੋਣੇ ਚਾਹੀਦੇ ਹਨ, ਸਾਰੇ ਹੀ ਉਸ ਵਿੱਚ ਪਾਏ ਜਾਂਦੇ ਹਨ। ਪਰ ਇੱਕ ਸ਼ੋਕ ਵਾਲੀ ਗੱਲ ਹੈ, ਇੱਕ ਦੁੱਖ ਵਾਲੀ ਗੱਲ ਹੈ। ਉਸ ਰਾਜਾ ਦੇ ਸਰੀਰ ਨੂੰ ਕੋਹੜ ਦਾ ਰੋਗ ਹੈ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ, ਵੈਦਾਂ, ਡਾਕਟਰਾਂ ਦੇ ਇਲਾਜ ਕੀਤੇ, ਪਰ ਉਹ ਉਸਦਾ ਕੋਹੜ ਦਾ ਰੋਗ ਹਟਿਆ ਹੀ ਨਹੀਂ। ਇਹੋ ਜਿਹਾ ਧਰਮਾਤਮਾ, ਨੇਕ ਪ੍ਰਜਾ ਪਾਲਕ ਰਾਜਾ ਮਿਲਣਾ ਪ੍ਰਜਾ ਨੂੰ ਬੜਾ ਔਖਾ ਹੈ। ਅਗਰ ਤੁਹਾਡੇ ਪਾਸ ਕੋਈ ਉਸਨੂੰ ਰਾਜ਼ੀ ਕਰਨ ਦੀ ਦਵਾਈ ਹੋਵੇ
ਤਾਂ ਬੜਾ ਹੀ ਪਰਉਪਕਾਰ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗਿਆ, ਮੇਰਾ ਵੈਦ ਤਾਂ ਇਹੋ ਜਿਹਾ ਕਾਮਲ ਹੈ, ਇਹ ਕੀ ਹੈ, ਇਦੋਂ ਭਾਵੇਂ ਲੱਖਾਂ ਗੁਣਾ ਜ਼ਿਆਦਾ ਰੋਗੀ ਹੋਣ, ਉਹਨਾਂ ਨੂੰ ਵੀ ਛਿਨ ਮਾਤਰ ਵਿੱਚ ਰਾਜੀ ਕਰਨ ਨੂੰ ਸਮਰੱਥ ਹੈ। ਚੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਦਾ, ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਕ ਹਾਂ, ਮਾਮੂਲੀ ਅਦਨਾ ਜਿਹਾ ਗੁਲਾਮ ਹਾਂ। ਇਉਂ ਮਰਦਾਨਾ ਉਸਨੂੰ, ਉਹ ਕੋਈ ਅਹਿਲਕਾਰ ਸੀ ਰਾਜੇ ਦਾ, ਉਸਨੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਿਆ। ਨਮਸਕਾਰ ਕੀਤੀ। ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਵਾਜ਼, ਇਹ ਦੀ ਗੱਲ ਸੁਣੋ ਆਪ ਕਿਰਪਾ ਕਰਕੇ, ਅਤੇ ਆਪ ਮਿਹਰ ਵੀ ਕਰੋ। ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਕਹਿਣ ਲੱਗਾ, ਮਹਾਰਾਜ, ਇੱਥੋਂ ਦਾ ਰਾਜਾ ਬੜਾ ਨਿਆਂਕਾਰੀ, ਧਰਮਾਤਮਾ, ਪ੍ਰਜਾ ਪਾਲਕ, ਪ੍ਰਜਾ ਨੂੰ ਬੜਾ ਸੁਖ ਦੇਣ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ, ਧਰਮਾਤਮਾ ਰਾਜਿਆਂ ਵਿੱਚ ਚਾਹੀਦੇ ਹਨ, ਉਹਦੇ ਵਿੱਚ ਸਾਰੇ ਹੀ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ, ਇਸ ਕਰਕੇ ਬੜਾ ਆਤਰ ਹੈ। ਜੇਕਰ ਆਪ ਕਿਰਪਾ ਕਰੋ ਉਸਦਾ ਇਹ ਰੋਗ ਹਟਾ ਦਿਓ, ਬੜਾ ਉਪਕਾਰ ਹੈ। ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬੜਾ ਹੀ ਮੁਸ਼ਕਲ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਹਟਦਾ ਜਾਏਗਾ ਰੋਗ, ਰੋਗ ਹਟਣ ਨੂੰ ਦੇਰ ਨਹੀਂ ਲੱਗੇਗੀ, ਪਰ ਇੱਕ ਥੋੜ੍ਹੀ ਜਿਹੀ ਗੱਲ ਚਾਹੀਦੀ ਹੈ, ਜੇ ਮਿਲ ਜਾਵੇ। ਉਹ ਬਹੁਤੀ ਵੱਡੀ ਵੀ ਨਹੀਂ। ਉਹ ਕਹਿਣਗੇ, ਦੱਸੋ ਮਹਾਰਾਜ। ਕਹਿਣ ਲੱਗੇ, ਗੁਰੂ ਜੀ, ਅਸੀਂ ਇਹ ਸ਼ਹਿਰ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੋਵੇ, ਉਸ ਦਾ ਤੇਲ ਕੱਢ ਕੇ ਇਸ ਰਾਜਾ ਦੇ ਸਰੀਰ ਨੂੰ ਮਲਾਂਗੇ, ਬਿਲਕੁਲ ਠੀਕ ਹੋ ਜਾਏਗਾ। ਜੇਕਰ ਕੋਈ ਬ੍ਰਹਮ ਗਿਆਨੀ ਹੋਵੇ ਤੁਹਾਡੇ ਸ਼ਹਿਰ ਵਿੱਚ, ਇੱਥੇ ਕੋਹਲੂ ਗੜਾ ਦਿਓ, ਉਹਦੇ ਵਿੱਚ ਪੀੜ ਕੇ ਉਸ ਦਾ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਲਣ ਦੀ ਦੇਰ ਹੈ, ਉਸੀ ਵਕਤ ਠੀਕ ਹੋ ਜਾਏਗਾ। ਇਹ ਸੁਣ ਕੇ ਕਹਿਣ ਲੱਗਾ, ਜੀ ਇਹ ਬ੍ਰਹਮ ਗਿਆਨੀ ਤਾਂ ਇੱਥੇ ਬਹੁਤ ਹਨ, ਵਾਚਕ ਗਿਆਨੀ ਬਹੁਤ ਬਣੇ ਫਿਰਦੇ ਸਨ। ਹਾਂਜੀ, ਇਉਂ ਕਹਿਣ ਲੱਗੇ, ਬਹੁਤ ਹਨ ਬ੍ਰਹਮ ਗਿਆਨੀ। ਗੁਰੂ ਜੀ ਕਹਿਣਗੇ, ਚੰਗਾ ਹੈ, ਇਹ ਢੰਡੋਰਾ ਫੇਰੋ ਵੀ ਪਰਉਪਕਾਰ ਵਾਸਤੇ ਰਾਜੇ ਦੇ ਸਰੀਰ ਨੂੰ ਕੁਛ ਦਾ ਕੋਹੜ ਦਾ ਰੋਗ ਹੈ, ਕੋਈ ਬ੍ਰਹਮ ਗਿਆਨੀ ਆਵੇ। ਕਿਉਂ? ਬ੍ਰਹਮ ਗਿਆਨੀ ਪਰਉਪਕਾਰ ਮਹਾ, ਉਹਦਾ ਸਰੀਰ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ। ਸਰੀਰ ਨੂੰ ਉਹ ਨਾਸਵੰਤ ਜਾਣਦਾ ਹੈ, ਇੱਕ ਬਸਤਰ ਜਾਂ ਕੱਪੜੇ ਦੀ ਨਹੀਂ ਜਾਣਦਾ ਹੁੰਦਾ ਹੈ। ਸੋ ਉਸਨੂੰ ਪਰਉਪਕਾਰ ਵਾਸਤੇ ਸਰੀਰ ਲਗਾ ਦੇਣਾ ਮਾਮੂਲੀ ਬਾਤ ਹੋਇਆ ਕਰਦੀ ਹੈ, ਬਲਕਿ ਉਸ ਦੀ ਕੁਰਬਾਨੀ ਹੋਂ ਰਹਿਤ ਹੁੰਦੀ ਹੈ। ਆਮ ਲੋਕਾਂ ਦੀ ਕੁਰਬਾਨੀ ਤਾਂ ਹੋਂ ਸਹਿਤ ਹੁੰਦੀ ਹੈ, ਪਰ ਇਹੋ ਜਿਹੇ ਬ੍ਰਹਮ ਗਿਆਨੀ ਦੀ ਕੁਰਬਾਨੀ ਜਿਹੜੀ ਹੈ ਉਹ ਤਾਂ ਹੋਂ ਰਹਿਤ ਹੁੰਦੀ। ਕੋਈ ਆਵੇ ਅਤੇ ਉਸਨੂੰ ਇਹ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਸਰੀਰ ਨੂੰ ਮਲਾਂਗੇ, ਉਸੀ ਵਕਤ ਰਾਜਾ ਠੀਕ ਹੋ ਜਾਏਗਾ। ਕਿਤਨਾ ਉਪਕਾਰ ਹੈ। ਰਾਜਾ ਧਰਮਾਤਮਾ ਹੈ, ਨਿਆਂਕਾਰੀ ਹੈ, ਪ੍ਰਜਾ ਪਾਲਕ ਹੈ। ਇਹੋ ਜਿਹਾ ਰਾਜਾ ਮਿਲਣਾ ਬੜਾ ਮੁਸ਼ਕਿਲ ਹੈ। ਸੋ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆਵੇ, ਆਪਣਾ ਸਰੀਰ ਇਸ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾਵੇ। ਸ਼ਹਿਰ ਵਿੱਚ ਡੌਂਡੀ ਫਰਵਾ ਦਿੱਤੀ ਵੀ ਇਉਂ ਕਰਕੇ ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢਣਾ ਹੈ ਕੋਹਲੂ ਵਿੱਚ ਪੀੜ ਕੇ। ਇੱਕ ਵੈਦ ਹਕੀਮ ਆਇਆ ਹੋਇਆ ਹੈ, ਉਸਨੇ ਫਿਰ ਉਹ ਤੇਲ ਰਾਜਾ ਦੇ ਸਰੀਰ ਨੂੰ ਮਲਣਾ ਹੈ, ਰਾਜਾ ਅਰੋਗ ਹੋ ਜਾਏਗਾ। ਰਾਜਾ ਬੜਾ ਧਰਮਾਤਮਾ ਹੈ, ਬੜਾ ਪਰਉਪਕਾਰ ਦਾ ਕੰਮ ਹੈ, ਕੋਈ ਨਿਤਰੋ। ਸਾਰੇ ਸ਼ਹਿਰ ਵਿੱਚ ਡੌਂਡੀ ਫੇਰੀ ਗਈ, ਕੋਈ ਨਹੀਂ ਆਇਆ। ਸ਼ਾਮ ਤੱਕ ਗੁਰੂ ਜੀ ਕਹਿਣ ਲੱਗੇ ਉਸ ਨੂੰ, ਕਿਉਂ ਭਾਈ, ਤੁਸੀਂ ਤਾਂ ਕਹਿੰਦੇ ਥੇ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਹਨ, ਸਾਰਾ ਸ਼ਹਿਰੀ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਹੀਂ ਨਿਤਰਿਆ, ਕੀ ਗੱਲ? ਫਿਰ ਡੌਂਡੀ, ਦੂਸਰੇ ਦਿਨ ਫਿਰ ਡੌਂਡੀ ਫਰਵਾ ਦਿੱਤੀ ਗਈ, ਫਿਰ ਨਹੀਂ ਕੋਈ ਆਇਆ। ਕਈ ਦਿਨ ਇਸੀ ਤਰ੍ਹਾਂ ਡੌਂਡੀ ਫਰਵਾਉਂਦੇ ਰਹੇ। ਗੁਰੂ ਜੀ ਕਹਿੰਦੇ, ਤੁਸੀਂ ਤਾਂ ਕਹਿੰਦੇ ਸੋ ਇਹ ਸ਼ਹਿਰ ਸਾਰਾ ਹੀ ਬ੍ਰਹਮ ਗਿਆਨੀਆਂ ਦਾ ਹੈ। ਜਿਵੇਂ ਮਜਨੂ ਬਣੇ ਫਿਰਦੇ ਸੀ ਖਾਣ ਪੀਣ ਦੇ ਮਾਰੇ, ਇਉਂ ਕਰਕੇ ਤੁਸੀਂ ਤਾਂ ਸਾਰੀ ਕਹਿੰਦੇ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਿਤਰੇ ਤਾਂ ਸੀ। ਸਾਧ ਸੰਗਤ ਕਿਸੇ ਗੱਲ ਦੀ ਪ੍ਰੀਖਿਆ ਦੁਆਰਾ ਹੀ
ਸਮਝ ਪੈਂਦੀ ਹੁੰਦੀ ਹੈ। ਇਮਤਿਹਾਨ ਤੋਂ ਬਿਨਾਂ ਕੀ ਪਤਾ ਲੱਗਦਾ ਹੈ? ਹਾਂ, ਕਿਹੜਾ ਪਾਸ ਹੈ ਕਿਹੜਾ ਫੇਲ ਹੈ। ਜਿਤਨੇ ਸਟੂਡੈਂਟਸ ਨੇ ਆਪਣੇ ਆਪ ਨੂੰ ਸਾਰੇ ਹੁਸ਼ਿਆਰ ਮੰਨਦੇ ਹੁੰਦੇ ਹਨ, ਪਰ ਪਤਾ ਲੱਗਦਾ ਹੈ ਇਮਤਿਹਾਨ ਤੋਂ। ਸੋ ਇਉਂ ਕਰਕੇ ਕਈ ਦਿਨ ਡੌਂਡੀ ਫੇਰੀ ਗਈ, ਕੋਈ ਨਹੀਂ ਆਇਆ। ਗੁਰੂ ਜੀ ਕਹਿਣ ਲੱਗੇ ਫਿਰ ਡੌਂਡੀ ਫੇਰੋ, ਰਾਜਾ ਦੇ ਰਾਜੀ ਹੋਣ ਨੂੰ ਦੇਰ ਨਹੀਂ ਲੱਗੇਗੀ। ਬਸ ਸਿਰਫ ਇੰਨਾ ਕੀ ਕੁਝ ਚਾਹੀਦਾ ਹੈ, ਮਾਮੂਲੀ ਚੀਜ਼ ਹੈ, ਤੇਲ ਕੱਢ ਕੇ ਉਹਦੇ ਰਾਜਾ ਦੇ ਸਰੀਰ ਨੂੰ ਮਲਣਾ ਹੈ। ਬ੍ਰਹਮ ਗਿਆਨੀ ਵਾਸਤੇ ਸਰੀਰ ਦੇ ਦੇਣਾ ਕੀ ਔਖਾ ਹੈ? ਨਹੀਂ, ਇੱਕ ਫਿਰ ਕੁਝ ਦਿਨਾਂ ਤੋਂ ਬਾਅਦ ਆਇਆ। ਆ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗਲ 'ਚ ਪੱਲਾ ਪਾ ਕੇ ਸਾਹਮਣੇ ਖੜ੍ਹ ਗਿਆ। ਗੁਰੂ ਜੀ ਕਹਿਣ, ਕਿਉਂ ਬਾਈ ਤੂੰ ਬ੍ਰਹਮ ਗਿਆਨੀ ਹੈ? ਤਾਂ ਕਹਿੰਦੇ, ਨਹੀਂ ਗਰੀਬ ਨਾ, ਬ੍ਰਹਮ ਗਿਆਨੀ ਤਾਂ ਨਹੀਂ, ਪਰ ਇਹ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਜ਼ਰੂਰ ਨਹੀਂ ਇੱਕ ਦਿਨ। ਅਗਰ ਇਹ ਪਰਉਪਕਾਰ ਅਰਥ ਲੱਗ ਜੇ, ਰਾਜਾ ਬੜਾ ਧਰਮਾਤਮਾ ਹੈ, ਇਹਦੇ ਆਸਰੇ ਬੇਅੰਤ ਨੂੰ ਸੁਖ ਮਿਲਣਾ ਹੈ। ਇਹ ਇੱਕ ਨੂੰ ਦੁੱਖ ਮਿਲ ਜਾਏ ਕੀ ਹਰਜ ਹੈ? ਸੋ ਇਸ ਕਰਕੇ ਨਾਸ਼ਵੰਤ ਹੈ, ਮੈਂ ਬ੍ਰਹਮ ਗਿਆਨੀ ਤਾਂ ਨਹੀਂ, ਅਗਰ ਇਸ ਦਾ ਤੇਲ ਕੱਢਣਾ ਕੱਢ ਸਕਦੇ ਹੋ ਆਪ। ਇਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ। ਖੈਰ ਹੁਕਮ ਕੀਤਾ, ਇੱਥੇ ਘੜੌਂਜੀ ਜਿਵੇਂ ਜਲਧਾਰਾ ਕਰਨ ਵਾਲੇ ਹੁੰਦੇ ਹਨ, ਘੜੌਂਜੀ ਬਣਾ ਲੈਂਦੇ ਨੇ। ਉਹਦੇ ਉੱਪਰ ਇੱਕ ਮੱਟ ਰੱਖਿਆ ਵੱਡਾ ਸਾਰਾ ਪਾਣੀ ਦਾ ਭਰ ਕੇ। ਉਹ ਮੱਟ ਦੇ ਹੇਠ ਇੱਕ ਗਲੀ ਹੁੰਦੀ ਹੈ, ਉਹਨੂੰ ਬੰਦ ਕਰ ਦਿੰਦੇ ਹੁੰਦੇ ਨੇ। ਉਹ ਪਾਣੀ ਦਾ ਭਰਿਆ ਹੁੰਦਾ ਹੈ। ਉਸ ਦੇ ਹੇਠਾਂ ਇੱਕ ਚੌਂਕੀ ਡਾਹੀ, ਉਸ ਦੇ ਹੇਠਾਂ ਹੋਰ ਚੌਂਕੀ ਡਾਹੀ। ਸੋ ਰਾਜਾ ਨੂੰ ਵੀ ਬੁਲਾ ਲਿਆ, ਸਾਰਾ ਸ਼ਹਿਰ ਦੇਖਣ ਵਾਸਤੇ ਆਇਆ। ਉਹ ਜਿਹੜੇ ਬਹੁਤ ਸਾਰੇ ਬਣਾਵਟੀ ਬ੍ਰਹਮ ਗਿਆਨੀ ਬਣੇ ਉਹ ਵੀ ਵਿੱਚ ਹੀ ਫਿਰਦੇ ਨੇ। ਇਉਂ ਕਰਕੇ ਜਿਸ ਵਕਤ ਉਸਨੂੰ ਜਿਹੜਾ ਕਹਿੰਦਾ ਸੀ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਪਰ ਕਹਿੰਦਾ ਸੀ ਮੈਂ ਹਾਂ ਨਹੀਂ। ਸਾਸੂ ਜੇ ਸੂਰਜ ਕਹੀ ਜਾਵੇ ਮੈਂ ਸੂਰਜਾਂ ਸੂਰਜਾਂ ਸੂਰਜਾਂ, ਕਹਿਣ ਦਾ ਕੀ ਫਾਇਦਾ? ਸੂਰਜ ਹੈ, ਰੋਸ਼ਨੀ ਦੇ ਰਿਹਾ, ਦੇਈ ਚੱਲੇ, ਠੀਕ ਹੈ। ਕਹਿਣ ਨਾਲ ਤਾਂ ਕੁਝ ਵਧਣ ਨਹੀਂ ਲੱਗਿਆ। ਇਸੀ ਤਰ੍ਹਾਂ ਜੇ ਬ੍ਰਹਮ ਗਿਆਨੀ ਹੈ ਕਹੇ ਤੇ ਕੀ ਵੱਧ ਜਾਊਗਾ, ਜੇ ਨਹੀਂ ਹੈ ਕਹੀਂ ਜਾਵੇ ਕੁਝ ਫਾਇਦਾ ਨਹੀਂ ਉਸਦਾ। ਸੋ ਇਸ ਕਰਕੇ ਇਉਂ ਉਹ ਸੀ ਅਸਲ ਮੈਨੇ ਵਿੱਚ, ਲੇਕਿਨ ਉਹ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ, ਕਿਉਂਕਿ ਬ੍ਰਹਮ ਗਿਆਨੀ ਕਿ ਗਰੀਬੀ ਸਮਾਹ, ਉਹ ਗਰੀਬੀ ਨਿਮਰਤਾ ਸਹਿਤ ਹੁੰਦਾ ਹੈ। ਸੋ ਇਉਂ ਰਾਜਾ ਨੂੰ ਬੁਲਾ ਲਿਆ ਗਿਆ। ਹੇਠਲੀ ਚੌਂਕੀ 'ਤੇ ਰਾਜਾ ਨੂੰ ਬਿਠਾ ਦਿੱਤਾ। ਉਸ ਦੇ ਉੱਪਰਲੀ ਚੌਂਕੀ 'ਤੇ ਉਹ ਜਿਹੜਾ ਕਹਿੰਦਾ ਸੀ ਮੈਂ ਬ੍ਰਹਮ ਗਿਆਨੀ ਨਹੀਂ, ਮੈਂ ਤਾਂ ਦਾਸ ਹਾਂ ਇੱਕ ਮਾਮੂਲੀ, ਉਹਨੂੰ ਉੱਪਰਲੀ ਚੌਂਕੀ 'ਤੇ ਬਿਠਾ ਦਿੱਤਾ। ਉਸ ਦੇ ਉੱਪਰ ਮੱਟ ਸੀ, ਪਾਣੀ ਦਾ ਭਰਿਆ ਬਹੁਤ ਵੱਡਾ। ਸੋ ਉਸ ਦੇ ਹੇਠੋਂ ਜੋ ਗਲੀ ਸੀ ਬੰਦ ਸੀ ਕੀਤੀ ਹੋਈ, ਉਹਨੂੰ ਖੋਲ੍ਹ ਦਿੱਤਾ। ਉਹ ਪਾਣੀ ਉਸਦੇ ਸਰੀਰ ਨੂੰ ਲੱਗ ਲੱਗ ਕੇ ਟੱਚ ਹੋ ਕੇ ਰਾਜਾ ਦੇ ਸਰੀਰ ਨੂੰ ਲੱਗਦਾ ਹੈ। ਜਿਉਂ-ਜਿਉਂ ਸਰੀਰ ਰਾਜਾ ਦੇ ਸਰੀਰ ਨੂੰ ਪਾਣੀ ਲੱਗਦਾ ਹੈ, ਰਾਜੇ ਦੇ ਸਰੀਰ ਨੂੰ ਅਰੋਗਤਾ ਹੁੰਦੀ ਚਲੀ ਜਾਂਦੀ। ਅਖੀਰ ਰਾਜਾ ਬਿਲਕੁਲ ਅਰੋਗ ਹੋ ਗਿਆ ਜਦੋਂ ਸਾਰਾ ਸਰੀਰ ਇਸ ਤਰ੍ਹਾਂ ਇਸ਼ਨਾਨ ਕੀਤਾ ਗਿਆ। ਗੁਰੂ ਜੀ ਕਹਿਣ ਲੱਗੇ, ਭਾਈ ਤੁਸੀਂ ਕਹਿੰਦੇ ਤੇ ਸਾਰਾ ਸ਼ਹਿਰ ਬ੍ਰਹਮ ਗਿਆਨੀ ਦੇ, ਇਹ ਹੈ ਅਸਲ ਮੈਨੇ ਵਿੱਚ, ਜਿਹੜਾ ਕਹਾਉਂਦਾ ਨਹੀਂ ਹੈ। ਸੋ ਇਸੀ ਤਰ੍ਹਾਂ ਸਾਧ ਸੰਗਤ ਬ੍ਰਹਮ ਗਿਆਨ ਬਹੁਤ ਉੱਚੀ ਅਵਸਥਾ ਹੈ। ਅਤੇ ਇਉਂ ਗੁਰੂ ਜੀ ਸੱਚ ਝੂਠ ਦਾ ਨਿਤਾਰਾ ਕਰਨ ਵਾਸਤੇ ਤਾਂ ਆਏ ਹੀ ਸਨ, ਪਖੰਡ ਦਾ ਖੰਡਨ ਕਰਨ ਵਾਸਤੇ, ਸੱਚ ਨੂੰ ਨਿਤਾਰਨ ਵਾਸਤੇ। ਇਉਂ ਇਸ ਤਰੀਕੇ ਸਿਰ ਗੁਰੂ ਬਾਬਾ ਜੀ ਥਾਂ ਥਾਂ ਸੰਸਾਰ ਦਾ ਉਧਾਰ ਕਰਦੇ ਹੋਏ ਅਤੇ ਫਿਰ ਰਹੇ ਹਨ। ਸਾਰੇ ਸ਼ਹਿਰ ਦੇ ਲੋਕਾਂ ਨੂੰ ਕਿਹਾ ਇਹ ਹੈ ਪਰਮਾਤਮਾ ਅਸਲ। ਸੋ ਇਸ ਦੁਆਰਾ ਹੀ, ਇਹੋ ਜਿਹੇ ਪੁਰਸ਼ਾਂ ਦੁਆਰਾ ਹੀ ਦੁਨੀਆ ਦਾ ਫਾਇਦਾ ਹੁੰਦਾ ਹੈ। ਸੋ ਇਉਂ ਹਜ਼ੂਰ ਬਾਰ ਬਾਰ ਐਸਾ ਫਰਮਾਉਂਦੇ ਹੈ। यहाँ घाट चलो हर लाहा, आगे बढ़ने चले
महाराज फरमाते हैं, करो बेनती, सुनो मेरे मीता संत टहल की वेला, इहाँ खाड़ चलो हर लाहा, आगे बसन सुहेला। उन्होंने पंडितां कहा सी महाराज बेड़ी आप नहीं चलती हुंदी, ਉਹਨੂੰ कोई मलाह चलाਉਂਦਾ ਹੁੰਦਾ है, मलाह किहा जा होना चाहिए है। इसी तरह नाम रूपी बेड़ी आप यानी नाम आप नहीं जपिया जाता हुंदा, नाम नूं जपाउण वाला कोई महापुरख होना चाहिए, वो किहा जा होना चाहिए। गुरु जी ने दस्सिया सी जिहदे ज्ञान चक्षु खुले होण, साधन संपन्न हो के ब्रह्म ज्ञान की प्राप्ति हुई होवे और जिग्यासू नूं उन्हां रस्तियां द्वारा जिन्हां रस्तियां द्वारा आप पहुँचा है और उन्होंने संशय दूर करने में समर्थ होवे। इहो जे महापुरुष द्वारा नाम जपिया संसार समुद्र तो पार करता है, जिहा दृष्टांत पीछे दे के दसिया है। तो आयु मानुक तन बड़ा मुश्किल प्राप्त होया इस जीव नूं, तो इसनूं व्यर्थ नहीं जान देना चाहिए। गुरु शरण विच आके सेवा भक्ति करके नामदान इशनान करके इसनूं सफला करना चाहिए है। जे कोई कहे दुनिया दे ईश्वर दे नाल असीं सुखी हो जावांगे, सुखी अज तक इउं कोई नहीं होया, बल्कि दुख वधे, दुख भी इत्थे तक वधे खुदकुशियां तक नौबतां पहुँचदियां हन। मन अशांत रहन लग जाता है, दुखी रहिंदा है, जलदा बलदा सड़दा रहिंदा है। शांति तां भजन विच ही है। सो गुरु शरण विच आके सेवा भजन करके मन नूं शांत करके आ लोक भी सुख शांति दा गुजारो। जितना समय है जदों और पूरी होवेगी उस तो बाद सचखंड बैकुंठ धाम विच पहुँच के जिथे दुख नहीं है, सदा आनंद ही आनंद है, जितों फिर गिरना नहीं हुंदा है, उस थां पहुँच के सदा वास्ते आनंद रूप हो जाओ। यूँ मानव तन नूं सफला करो। हुण रोज़ दे सुभाव मुताबिक पहले आनंद साहब विच बोलो, उस तो बाद फिर गुरु स्त्रोत्र विच बोलना, फिर इकवानों के अरदास विच जुड़ना, फिर हुक्मनामा सुन के प्रसाद लेके अगला प्रोग्राम सुन के फिर चाले पाने। रामकली महला तीजा नाम देखो ओंकार सतगुर प्रसाद आनंद पिया सुन
Amen.